ਦੋਸਤੋ ਸਤਿ ਸ਼੍ਰੀ ਅਕਾਲ। ਵਨ ਕਨਸੈਪਟ ਡੇ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅਤੇ ਦੋਸਤੋ ਅੱਜ ਦਾ ਜੋ ਕਨਸੈਪਟ ਹੈ ਕਨਸੈਪਟ ਨਾ ਹੋ ਕੇ ਇੱਕ ਸੀਰੀਜ਼ ਦੇ ਰੂਪ ਦੇ ਵਿੱਚ ਹੈ ਦੋਸਤੋ ਜੋ ਹੈ ਇਹ ਚੱਲੇਗਾ। ਤਾਂ ਜੋ ਮੇਰੇ ਕੋਲ ਜੋ ਸਬਜੈਕਟ ਹੈ ਇਸ ਦੇ ਵਿੱਚ ਦੋਸਤੋ ਮੈਂ ਪੰਜਾਬ ਜੀਕੇ ਨਾਲ ਜੁੜੇ ਜੋ ਇੰਪੋਰਟੈਂਟ ਟੌਪਿਕਸ ਨੇ ਜੋ ਸਾਡੇ ਪੀਸੀਐਸ ਪ੍ਰੀ ਅਤੇ ਮੇਨਸ ਦੋਨਾਂ ਲਈ ਬੜੇ ਇੰਪੋਰਟੈਂਟ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ। ਤਾਂ ਦੋਸਤੋ ਅੱਜ ਦਾ ਜੋ ਟੌਪਿਕ ਹੈ ਉਹ ਹੈ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੂੰ ਅਸੀਂ ਸ਼ੇਰੇ ਪੰਜਾਬ ਵੀ ਬੋਲਦੇ ਹਾਂ। ਤਾਂ ਦੋਸਤੋ ਅੱਜ ਦਾ ਜੋ ਟੌਪਿਕ ਹੈ ਉਹ ਹੋਏਗਾ ਇਹਨਾਂ ਦਾ ਪਹਿਲਾ ਐਂਗਲੋ ਸਿੱਖ ਵਾਰ। ਤਾਂ ਪਹਿਲੇ ਐਂਗਲੋ ਸਿੱਖ ਵਾਰ ਜੋ 1845-46 ਦੇ ਵਿੱਚ ਹੋਇਆ ਉਹਦੇ ਬਾਰੇ ਅਸੀਂ ਗੱਲ ਕਰਾਂਗੇ। ਲੇਕਿਨ ਉਸ ਤੋਂ ਪਹਿਲਾਂ ਜੋ ਹੈ ਥੋੜਾ ਜੋ ਹੈ ਫੈਕਟਸ ਨੇ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਆਪਾਂ ਵੇਖ ਲੈਂਦੇ ਹਾਂ ਦੋਸਤੋ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਦੋਸਤੋ 1780 ਦੇ ਵਿੱਚ ਹੈ ਉਹਨਾਂ ਦਾ ਜਨਮ ਹੋਇਆ ਸੀ ਅਤੇ ਉਹਨਾਂ ਦਾ ਜੋ ਜਨਮ ਹੈ ਸ਼ੁਕਰ ਚੱਕਿਆ ਮਿਸਲ ਦੇ ਵਿੱਚ ਹੋਇਆ ਸੀ। ਜਦੋਂ 1780 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਤਾਂ ਦੋਸਤੋ ਜੋ ਪੰਜਾਬ ਹੈ ਬਹੁਤ ਛੋਟੀਆਂ ਮਿਸਲਾਂ ਦੇ ਵਿੱਚ ਹੈ ਵੰਡਿਆ ਹੋਇਆ ਸੀ ਅਤੇ ਪੰਜਾਬ ਦੇ ਵਿੱਚ ਕੋਈ ਵੀ ਇੱਕ ਰੂਲ ਜਾਂ ਇੱਕ ਰੂਲਰ ਦਾ ਰਾਜ ਨਹੀਂ ਸੀ। ਤਾਂ ਅਸੀਂ ਦੇਖਦੇ ਹਾਂ ਕਿ ਜਦੋਂ 10ਵੇਂ ਗੁਰੂ ਸਾਹਿਬ 1708 ਦੇ ਵਿੱਚ ਦੋਸਤੋ ਉਹ ਜੋਤੀ ਜੋਤ ਸਮਾ ਜਾਂਦੇ ਨੇ। ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਜੋ ਹੈ ਇੱਕ ਸਿੱਖ ਰਾਜ ਦੀ ਸਥਾਪਨਾ ਜ਼ਰੂਰ ਕੀਤੀ। ਲੇਕਿਨ ਤੁਸੀਂ ਦੇਖਦੇ ਹੋ ਕਿ ਉਸ ਤੋਂ ਬਾਅਦ ਕਈ ਜੋ ਹੈ ਦਸ਼ਕਾਂ ਤੱਕ ਹੈ ਇੱਥੇ ਕੋਈ ਵੀ ਜੋ ਹੈ ਸਟੇਬਿਲਿਟੀ ਕਹਿ ਲਓ ਤੁਸੀਂ ਜਾਂ ਫਿਰ ਜੋ ਹੈ ਇੱਕ ਸਟੇਬਲ ਜੋ ਰੂਲਰ ਹੈ ਨਹੀਂ ਆ ਸਕਿਆ, ਜਿਸ ਦੀ ਕਮੀ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ ਦੋਸਤੋ। ਤਾਂ 13 ਸਾਲ ਦੀ ਉਮਰ ਦੇ ਵਿੱਚ ਹੈ ਇਹਨਾਂ ਦੇ ਪਿਤਾ ਦੀ ਡੈਥ ਹੋ ਗਈ ਸੀ। ਲੇਕਿਨ ਬੜੀ ਜਲਦੀ ਹੈ ਇਹਨਾਂ ਨੇ ਆਪਣੀ ਮਿਸਲ ਸੀ ਜੋ ਸ਼ੁਕਰ ਚੱਕਿਆ ਮਿਸਲ ਹੈ ਉਸ ਦੀ ਲੀਡਰਸ਼ਿਪ ਸਾਂਭੀ, ਉਸ ਨੂੰ ਲੀਡ ਕੀਤਾ ਅਤੇ ਦੋਸਤੋ ਲਗਭਗ ਹੈ 21 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੂੰ ਹੈ ਮਹਾਰਾਜਾ ਦੀ ਜੋ ਗੱਦੀ ਸੀ ਜਾਂ ਫਿਰ ਤੁਸੀਂ ਕਹਿ ਲਓ ਸਾਰੀਆਂ ਮਿਸਲਾਂ ਨੂੰ ਇਹਨਾਂ ਨੇ ਇਕੱਠਾ ਕਰਕੇ ਜੋ ਹੈ ਉਸ ਜੋ ਹੈ ਰਾਜਾ ਦੀ ਗੱਦੀ ਦੇ ਉੱਪਰ ਇਹ ਬੈਠ ਗਏ ਸੀ। ਤਾਂ ਇਸੇ ਕਰਕੇ ਦੋਸਤੋ ਜਦੋਂ ਵੀ ਇਹਨਾਂ ਦੇ ਰੂਲ ਦੀ ਗੱਲ ਚੱਲਦੀ ਹੈ, ਇਹਨਾਂ ਦੇ ਟਾਈਮ ਪੀਰੀਅਡ ਦੀ ਗੱਲ ਚੱਲਦੀ ਹੈ, ਉਹ ਲਗਭਗ 38 ਸਾਲ ਰਿਹਾ 1801 ਤੋਂ ਲੈ ਕੇ 1839। ਅਤੇ ਜਦੋਂ ਤੱਕ ਇਹਨਾਂ ਦੀ ਜ਼ਿੰਦਗੀ ਸੀ, ਜਦੋਂ ਤੱਕ ਇਹਨਾਂ ਦਾ ਰਾਜ ਰਿਹਾ ਪੰਜਾਬ ਦੇ ਵਿੱਚ, ਉਦੋਂ ਤੱਕ ਚਾਹੇ ਉਹ ਈਸਟ ਇੰਡੀਆ ਕੰਪਨੀ ਸੀ ਜਾਂ ਕੋਈ ਵੀ ਹੋਰ ਹੈ ਪੰਜਾਬ ਦੀ ਤਰਫ ਜੋ ਹੈ ਕੋਈ ਵੀ ਬੁਰੀ ਅੱਖ ਨਾਲ ਹੈ ਨਹੀਂ ਵੇਖ ਸਕਿਆ। ਲੇਕਿਨ ਇਹਨਾਂ ਦੀ ਜੋ ਜੀਵਨ ਤੋਂ ਬਾਅਦ ਹੈ ਬਹੁਤ ਜਲਦੀ ਲਗਭਗ 10 ਸਾਲਾਂ ਵਿੱਚ ਹੈ ਪੂਰਾ ਦਾ ਪੂਰਾ ਜੋ ਪੰਜਾਬ ਹੈ ਈਸਟ ਇੰਡੀਆ ਕੰਪਨੀ ਨੇ ਹੜਪ ਲਿਆ ਸੀ ਜਾਂ ਕੰਟਰੋਲ ਦੇ ਵਿੱਚ ਲੈ ਲਿਆ ਸੀ। ਜਿਸ ਕਰਕੇ ਦੋਸਤੋ ਦੋ ਜੰਗਾਂ ਜਿਹਦੇ ਵਿੱਚ ਪਹਿਲੀ ਐਂਗਲੋ ਸਿੱਖ ਵਾਰ 1845-46 ਅਤੇ ਦੂਜੀ ਐਂਗਲੋ ਸਿੱਖ ਵਾਰ ਹੈ ਜੋ ਹੁੰਦੀ ਹੈ 1848 ਦੇ ਵਿੱਚ ਹੈ ਦੋਸਤੋ, ਇਹ ਦੋਨੋਂ ਹੈ ਉਸ ਲਈ ਜ਼ਿੰਮੇਵਾਰ ਸਨ। ਤਾਂ ਇਹ ਜੋ ਮਹਾਰਾਜਾ ਰਣਜੀਤ ਸਿੰਘ ਜੀ ਸਨ ਦੋਸਤੋ ਯੂਨਾਈਟਿਡ 12 ਸਿੱਖ ਮਿਸਲਸ, ਤਾਂ ਇਹਨਾਂ ਨੇ 12 ਹੋਰ ਜੋ ਸਿੱਖ ਮਿਸਲਾਂ ਸੀ ਉਹਨਾਂ ਨੂੰ ਇਕੱਠਾ ਕਰਕੇ 1801 ਦੇ ਵਿੱਚ ਇਹ ਪੰਜਾਬ ਦੇ ਮਹਾਰਾਜਾ ਬਣ ਗਏ ਸਨ। ਤਾਂ 21 ਸਾਲ ਦੀ ਛੋਟੀ ਉਮਰ ਅੱਜ ਦੇ ਅਕੋਰਡਿੰਗ ਅਸੀਂ ਦੇਖੀਏ ਇੰਨੀ ਛੋਟੀ ਉਮਰ ਦੇ ਵਿੱਚ। ਅਤੇ ਦੋਸਤੋ ਤੁਹਾਨੂੰ ਪਤਾ ਹੋਵੇਗਾ ਕਿ ਜਦੋਂ ਅਸੀਂ ਪਿਛਲੇ 1000 ਸਾਲ ਦੇ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਦੋ ਇਸ ਤਰ੍ਹਾਂ ਦੇ ਗ੍ਰੇਟੈਸਟ ਜੋ ਹੈ ਕਿੰਗ ਰਹੇ ਨੇ ਮਹਾਰਾਜਾ ਰਣਜੀਤ ਸਿੰਘ ਜਾਂ ਅਸੀਂ ਅਕਬਰ ਦੀ ਵੀ ਗੱਲ ਕਰਦੇ ਹਾਂ ਕਿ ਜਿਨ੍ਹਾਂ ਨੇ ਪੜ੍ਹਾਈ ਲਿਖਾਈ ਜਾਂ ਜੋ ਹੈ ਬਾਰੇ ਜ਼ਿਆਦਾ ਇਹਨਾਂ ਨੂੰ ਗਿਆਨ ਨਹੀਂ ਸੀ, ਲੇਕਿਨ ਛੋਟੀ ਉਮਰ ਤੋਂ ਹੀ ਜੋ ਹੈ ਯੁੱਧ ਬਾਰੇ ਜਾਂ ਯੁੱਧ ਕਲਾ ਬਾਰੇ ਦੋਸਤੋ ਇਹਨਾਂ ਨੇ ਹੈ ਆਪਣਾ ਗਿਆਨ ਪ੍ਰਾਪਤ ਸ਼ੁਰੂ ਕਰ ਦਿੱਤਾ ਸੀ। ਤਾਂ ਸਕਸੈਸਫੁਲੀ ਰੈਸਿਸਟਡ ਮੈਨੀ ਅਫਗਾਨ ਇਨਵੇਜ਼ਨ ਐਂਡ ਆਲਸੋ ਕੈਪਚਰਡ। ਤਾਂ ਕਿਉਂਕਿ ਉਸ ਵਕਤ ਹੈ ਅਫਗਾਨਿਸਤਾਨ ਦਾ ਜੋ ਇਲਾਕਾ ਸੀ ਉਹ ਵੀ ਨਾਲ ਲੱਗਦਾ ਸੀ, ਕਿਉਂਕਿ ਪੰਜਾਬ ਦਾ ਜੋ ਸਰਹੱਦ ਸੀ ਅਫਗਾਨਿਸਤਾਨ ਤੱਕ ਲੱਗਦੀ ਸੀ। ਤਾਂ ਇੱਕ ਪਾਸੇ ਇਹਨਾਂ ਨੇ ਅਫਗਾਨਸ ਨਾਲ ਹੈ ਅਫਗਾਨਸ ਤੋਂ ਬਹੁਤ ਸਾਰੇ ਹਮਲਿਆਂ ਤੋਂ ਬਚਾਇਆ, ਦੂਸਰੀ ਤਰਫ ਆਹਿਸਤਾ ਲਾਹੌਰ ਹੈ, ਪਿਸ਼ਾਵਰ ਹੈ, ਮੁਲਤਾਨ ਹੈ, ਸਭ ਇਹਨਾਂ ਨੇ ਆਪਣੇ ਕੰਟਰੋਲ ਦੇ ਵਿੱਚ ਲੈ ਲਏ ਸੀ। ਅਤੇ ਉਸ ਵਕਤ ਇਹ ਜੋ ਸਟੇਟ ਸੀ ਇਸ ਦਾ ਨਾਮ ਵੀ ਲਾਹੌਰ ਸੂਬਾ ਦਿੱਤਾ ਜਾਂਦਾ ਸੀ ਕਿਉਂਕਿ ਉਹਨਾਂ ਦੇ ਟਾਈਮ ਪੀਰੀਅਡ ਤੇ ਜੋ ਕੈਪੀਟਲ ਸੀ ਇਸ ਦੀ ਉਹ ਲਾਹੌਰ ਸੀ। ਤਾਂ ਇਸ ਨੂੰ ਲਾਹੌਰ ਸੂਬੇ ਦਾ ਜੋ ਨਾਮ ਹੈ ਇਹ ਵੀ ਉਸਦੇ ਟਾਈਮ ਪੀਰੀਅਡ ਤੇ ਦਿੱਤਾ ਜਾਂਦਾ ਸੀ। ਤਾਂ ਅਰਨ ਦਾ ਟਾਈਟਲ ਕਿਉਂਕਿ ਦੋਸਤੋ ਬਹੁਤ ਪਪੂਲਰ ਸੀ, ਇਵਨ ਕਿਹਾ ਜਾਂਦਾ ਹੈ ਕਿ 80% ਜੋ ਲੋਕ ਨੇ ਮੁਸਲਮਾਨ ਸੀ ਉਹਨਾਂ ਦੇ ਟਾਈਮ ਪੀਰੀਅਡ ਤੇ ਇਸ ਪੰਜਾਬ ਦੇ ਵਿੱਚ। ਲਗਭਗ ਹੈ 17 ਤੋਂ 18% ਤੋਂ ਵੀ ਜ਼ਿਆਦਾ ਹਿੰਦੂ ਸੀ ਅਤੇ ਬਹੁਤ ਹੀ ਘੱਟ ਗਿਣਤੀ ਦੇ ਵਿੱਚ ਸਿੱਖ ਸਨ। ਲੇਕਿਨ ਜੋ ਹੈ ਕਿਹਾ ਜਾਂਦਾ ਹੈ ਕਿ ਜੋ ਰੂਲਰ ਜੋ ਗੁੱਡ ਗਵਰਨੈਂਸ ਦਾ ਜੋ ਕਨਸੈਪਟ ਹੈ ਸਾਨੂੰ ਉਸ ਟਾਈਮ ਹੈ ਦੇਖਣ ਨੂੰ ਮਿਲਦਾ ਹੈ ਅਤੇ ਇਸੇ ਕਰਕੇ ਲੋਕਾਂ ਨੇ ਹੈ ਜੋ ਪਪੂਲਰ ਹੈ ਇਹਨਾਂ ਨੂੰ ਸ਼ੇਰੇ ਪੰਜਾਬ ਕਹਿਣਾ ਸ਼ੁਰੂ ਕਰ ਦਿੱਤਾ। ਐਂਡ ਹਿਸ ਸਿੱਖ ਅੰਪਾਇਰ ਇਨਕਲੂਡਡ ਲੈਂਡਡ, ਜੇ ਇਹਨਾਂ ਦੇ ਅਸੀਂ ਰਾਜ ਪਾਟ ਦੀ ਗੱਲ ਕਰੀਏ ਤਾਂ ਨੌਰਥ ਦੇ ਵਿੱਚ ਸਤਲੁਜ ਰਿਵਰ ਐਂਡ ਸਾਊਥ ਆਫ ਦਾ ਨਾਰਥ ਵੈਸਟ ਹਿਮਾਲਿਆ, ਸਾਊਥ ਦੇ ਵਿੱਚ ਨਾਰਥ ਵੈਸਟ ਹਿਮਾਲਿਆਸ ਤੱਕ ਇਹ ਫੈਲਿਆ ਹੋਇਆ ਸੀ। ਹਿਸ ਅੰਪਾਇਰ ਇਨਕਲੂਡਡ ਦੋਸਤੋ ਮੇਨ ਜੋ ਸ਼ਹਿਰ ਸਨ ਇਹਨਾਂ ਦੇ ਰੂਲ ਦੇ ਲਾਹੌਰ, ਮੁਲਤਾਨ, ਸ਼੍ਰੀਨਗਰ, ਅਟੋਕ, ਪਿਸ਼ਾਵਰ, ਰਾਵਲਪਿੰਡੀ, ਜੰਮੂ, ਸਿਆਲਕੋਟ, ਅੰਮ੍ਰਿਤਸਰ ਅਤੇ ਕਾਂਗੜਾ। ਤਾਂ ਤੁਸੀਂ ਕਹਿ ਸਕਦੇ ਹੋ ਕਿ ਲਾਹੌਰ ਸਪੀਤੀ ਤੱਕ ਹੈ ਇਹਨਾਂ ਦੀਆਂ ਜੋ ਰਾਜ ਦੀਆਂ ਜੋ ਬਾਉਂਡਰੀਜ਼ ਹੈ ਉਹ ਲੱਗਦੀਆਂ ਸਨ।
ਤਾਂ ਕਿਉਂਕਿ ਉਸ ਵਕਤ ਹਿੰਦੁਸਤਾਨ ਦੇ ਵਿੱਚ ਜੋ ਵੱਧ ਰਹੀ ਸੀ ਪਾਵਰ ਈਸਟ ਇੰਡੀਆ ਕੰਪਨੀ ਦੀ, ਤਾਂ ਜ਼ਰੂਰੀ ਸੀ ਕਿ ਉਹਨਾਂ ਨਾਲ ਵੀ ਸੰਧੀ ਕਰਨਾ। ਤਾਂ 1809 ਦੇ ਵਿੱਚ ਇਹਨਾਂ ਨੇ ਉਸ ਵਕਤ ਦੇ ਜੋ ਗਵਰਨਰ ਜਨਰਲ ਸੀ ਈਸਟ ਇੰਡੀਆ ਕੰਪਨੀ ਦੇ, ਜਿਨ੍ਹਾਂ ਦਾ ਨਾਮ ਸੀ ਲਾਰਡ ਮਿੰਟੋ ਵਨ, ਤਾਂ ਲਾਰਡ ਮਿੰਟੋ ਨਾਲ ਹੈ ਅੰਮ੍ਰਿਤਸਰ ਦੀ ਸੰਧੀ, ਟ੍ਰੀਟੀ ਆਫ ਅੰਮ੍ਰਿਤਸਰ ਕੀਤੀ, ਜਿਹਦੇ ਵਿੱਚ ਇਹਨਾਂ ਨੇ ਸਤਲੁਜ ਨੂੰ ਐਜ਼ ਏ ਬਾਉਂਡਰੀ ਹੈ ਕ੍ਰੀਏਟ ਕਰ ਦਿੱਤਾ ਬਿਟਵੀਨ ਕੰਪਨੀ ਈਸਟ ਇੰਡੀਆ ਕੰਪਨੀ ਐਂਡ ਸਿੱਖ ਅੰਪਾਇਰ। ਤਾਂ ਸਤਲੁਜ ਦੇ ਪਾਰ ਹੈ, ਉਸ ਪਾਰ ਮਹਾਰਾਜਾ ਰਣਜੀਤ ਸਿੰਘ ਨਹੀਂ ਜਾਣਗੇ, ਅਤੇ ਨਾਲ ਹੀ ਨਾਲ ਕੰਪਨੀ ਕਦੇ ਵੀ ਇਹਨਾਂ ਦੇ ਜੋ ਹੈ ਇੰਟਰਨਲ ਬਾਉਂਡਰੀ ਦੇ ਵਿੱਚ ਇੰਟਰਫੇਰੈਂਸ ਨਹੀਂ ਕਰੇਗੀ। ਲੇਕਿਨ ਅਸੀਂ ਦੇਖਦੇ ਹਾਂ 1839 ਤੋਂ ਬਾਅਦ 1845 ਦੇ ਵਿੱਚ ਸਤਲੁਜ ਉਹਨਾਂ ਨੇ ਪਾਰ ਕੀਤੀ, ਜਿਸ ਕਰਕੇ ਪਹਿਲਾ ਐਂਗਲੋ ਸਿੱਖ ਵਾਰ ਹੈ, ਕਿਉਂਕਿ ਕੰਪਨੀ ਨੂੰ ਪਤਾ ਸੀ ਕਿ ਹੁਣ ਸਿੱਖ ਅੰਪਾਇਰ ਹੈ ਇੰਨਾ ਮਜ਼ਬੂਤ ਨਹੀਂ ਰਿਹਾ। ਤਾਂ ਇਹ ਇੱਕ ਰੀਜ਼ਨ ਬਣਿਆ ਉਹਨਾਂ ਦਾ ਜੋ ਹੈ ਪਹਿਲੇ ਐਂਗਲੋ ਸਿੱਖ ਵਾਰ ਨੂੰ ਸਟਾਰਟ ਕਰਨ ਦਾ। ਤਾਂ ਲੇਕਿਨ ਉਹਨਾਂ ਦੇ ਟਾਈਮ ਪੀਰੀਅਡ ਤੇ, ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਪੀਰੀਅਡ ਤੇ ਆਰਮੀ ਬਹੁਤ ਮੇਨਟੇਨਡ ਹੈ, ਐਫੀਸ਼ੀਐਂਟ ਜੋ ਉਹਨਾਂ ਨੇ ਜੋ ਹੈ ਮੇਨਟੇਨ ਕੀਤੀ ਹੋਈ ਸੀ ਇਨ ਵਾਰਫੇਅਰ, ਲੌਜਿਸਟਿਕ ਐਂਡ ਇਨਫਰਾਸਟ੍ਰਕਚਰ। ਲੇਕਿਨ 1839 ਦਾ ਜੋ ਜ਼ਿਕਰ ਹੈ ਦੋਸਤੋ, ਕਿਹਾ ਜਾਂਦਾ ਹੈ ਕਿ ਇੱਥੇ ਜੋ ਹੈ ਇਤਿਹਾਸ ਹੈ ਪੰਜਾਬ ਦਾ ਬਦਲ ਜਾਂਦਾ ਹੈ। ਤਾਂ ਹੀ ਵਾਸ ਸਕਸੀਡਡ ਬਾਈ ਹਿਸ ਐਲਡੈਸਟ ਲੈਜਿਟਿਮੇਟ ਸਨ, ਜੋ ਸਨ ਖੜਕ ਸਿੰਘ। ਤਾਂ ਉਹਨਾਂ ਦੀ ਮੌਤ ਤੋਂ ਬਾਅਦ ਹੈ ਖੜਕ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਜ਼ਰੂਰ ਬਣਾਇਆ ਗਿਆ, ਲੇਕਿਨ ਉਹ ਦਲੇਰੀ ਜਾਂ ਉਹ ਜੋ ਨੀਡਰਤਾ ਜਾਂ ਉਹ ਦੂਰ ਅੰਦੇਸ਼ੀ ਜੋ ਖੜਕ ਸਿੰਘ ਦੇ ਵਿੱਚ ਅਸੀਂ ਨਹੀਂ ਜੋ ਹੈ ਦੇਖਣ ਨੂੰ ਮਿਲਦੀ, ਜੋ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਪੀਰੀਅਡ ਤੇ ਅਸੀਂ ਵੇਖਦੇ ਹਾਂ। ਤਾਂ ਜੋ ਪਹਿਲਾ ਐਂਗਲੋ ਸਿੱਖ ਵਾਰ ਹੈ 1845 ਦੇ ਵਿੱਚ ਸ਼ੁਰੂਆਤ ਹੁੰਦੀ ਹੈ। ਮੇਜਰ ਬਰੋਡ ਵਾਸ ਪਲੇਸਡ ਇਨ ਅੰਮ੍ਰਿਤਸਰ ਐਂਡ ਈਸਟ ਇੰਡੀਆ ਕੰਪਨੀ ਏਜੰਟ ਇਨ 1843। The British were closely watching the development in Punjab political front and had territorial ambitions and their other part of the subcontinent। ਤਾਂ ਕਿਉਂਕਿ ਲਗਭਗ ਪੂਰਾ ਜੋ ਹਿੰਦੁਸਤਾਨ ਹੈ, ਜੋ ਕੰਪਨੀ ਸੀ ਈਸਟ ਇੰਡੀਆ ਕੰਪਨੀ ਹੈ, ਹੁਣ ਉਹ ਕੰਟਰੋਲ ਦੇ ਵਿੱਚ ਕਰ ਚੁੱਕੀ ਸੀ, ਚਾਹੇ ਉਹ ਜੋ ਜਾਂ ਫਿਰ ਤੁਸੀਂ ਕਹਿ ਲਓ ਕਿ ਜੋ ਕੰਟਰੋਲ ਦੇ ਵਿੱਚ ਨਹੀਂ ਸੀ ਉਹਨਾਂ ਨਾਲ ਸੰਧੀਆਂ ਹੋ ਚੁੱਕੀਆਂ ਸਨ। ਤਾਂ ਪੂਰਾ ਦਾ ਪੂਰਾ ਸਾਊਥ ਤੁਸੀਂ ਕਹਿ ਸਕਦੇ ਹੋ, ਰਾਜਸਥਾਨ ਹੈ, ਫਿਰ ਅੱਜ ਦੇ ਜੋ ਯੂਪੀ ਦੇ ਇਲਾਕੇ ਨੇ, ਬੰਗਾਲ ਦੇ ਇਲਾਕੇ ਨੇ, ਬਿਹਾਰ, ਉੜੀਸਾ, ਤਾਂ ਜਾਂ ਫਿਰ ਉਹਨਾਂ ਨੇ ਸੰਧੀਆਂ ਕਰ ਰੱਖੀਆਂ ਸੀ ਜਾਂ ਫਿਰ ਉਹ ਉਹਨਾਂ ਦੇ ਕੰਟਰੋਲ ਦੇ ਵਿੱਚ ਆ ਚੁੱਕੇ ਸੀ। ਤਾਂ ਹੁਣ ਜੋ ਹੈ ਸਿਰਫ ਤੇ ਸਿਰਫ ਇਹ ਜੋ ਉੱਤਰ ਭਾਰਤ ਦਾ ਜੋ ਸਭ ਤੋਂ ਵੱਡਾ ਰਾਜ ਸੀ, ਸਿੱਖ ਰਾਜ ਸੀ, ਇਸ ਨੂੰ ਹੁਣ ਕੰਟਰੋਲ ਕਰਨ ਦੀ ਉਹਨਾਂ ਦੀ ਜੋ ਹੈ ਮਨਸ਼ਾ ਸੀ। ਉਹਨਾਂ ਦੇ ਜੋ ਕਿਉਂਕਿ ਇੱਥੇ ਜੋ ਸਟਰੋਂਗੈਸਟ ਕਿੰਗ ਸੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਪੀਰੀਅਡ ਤੱਕ ਉਹ ਬਿਲਕੁਲ ਚੁੱਪ ਰਹੇ। ਉਸ ਤੋਂ ਬਾਅਦ ਦੋਸਤੋ ਉਹਨਾਂ ਨੇ 1845 ਦੇ ਵਿੱਚ ਹੈ ਦਸੰਬਰ ਮਹੀਨੇ ਦੇ ਵਿੱਚ ਹੀ ਕ੍ਰੋਸ ਦਾ ਸਤਲੁਜ, ਕਿਉਂਕਿ ਸੰਧੀ ਸੀ ਸਤਲੁਜ ਦੀ, ਤਾਂ ਇਹ ਸੰਧੀ ਉਹਨਾਂ ਨੇ ਤੋੜ ਦਿੱਤੀ, ਸਤਲੁਜ ਨੂੰ ਪਾਰ ਕੀਤਾ, ਜਿਸ ਕਰਕੇ ਇੱਕ ਮਾਹੌਲ ਜੋ ਹੈ ਬਣਿਆ, ਪਹਿਲੀ ਐਂਗਲੋ ਸਿੱਖ ਵਾਰ ਦਾ ਮਾਹੌਲ ਬਣਿਆ। ਤਾਂ ਦੋਸਤੋ ਇਸ ਦੇ ਵਿੱਚ ਅਸੀਂ ਦੇਖਦੇ ਹਾਂ ਇਹ ਜੋ ਪਹਿਲੀ ਐਂਗਲੋ ਸਿੱਖ ਵਾਰ ਹੈ, ਉਸ ਟਾਈਮ ਪੀਰੀਅਡ ਜੋ ਪੰਜਾਬ ਦੇ ਰਾਜਾ ਸਨ ਉਹ ਸਨ ਮਹਾਰਾਜਾ ਦਲੀਪ ਸਿੰਘ, ਜੋ ਅਜੇ ਨਾਬਾਲਗ ਸਨ ਜੀ। ਤਾਂ ਪੰਜਾਬ ਦੀ ਮਹਾਰਾਜਾ ਦੀ ਅਗਵਾਈ ਹੁਣ, ਕਿਉਂਕਿ ਕੇ ਟੇਕਰ ਜੋ ਹੈ ਰਾਜਾ ਜੋ ਬਣਾਇਆ ਗਿਆ ਸੀ, ਉਹਨਾਂ ਦੇ ਜੋ ਮਦਰ ਸੀ ਮਹਾਰਾਣੀ ਜਿੰਦ ਕੌਰ ਕਰ ਰਹੇ ਸਨ। ਅਤੇ ਦੂਸਰੀ ਤਰਫ ਦੇਖਦੇ ਹਾਂ ਕਿ ਲਾਰਡ ਹਾਰਡਿੰਗ ਭਾਰਤ ਦੇ ਉਸ ਟਾਈਮ ਗਵਰਨਰ ਜਨਰਲ ਸਨ। ਤਾਂ ਇਹ ਜੰਗ ਹੋਈ ਅਤੇ ਇਸ ਜੰਗ ਦਾ ਜੋ ਮੁੱਖ ਮਕਸਦ ਸੀ ਕੰਪਨੀ ਦਾ, ਉਹ ਸਿਰਫ ਪੰਜਾਬ ਨੂੰ ਹੜਪਣਾ ਹੀ ਸੀ। ਤਾਂ ਹੁਣ ਸੰਧੀ ਟੁੱਟ ਚੁੱਕੀ ਸੀ ਜੀ। ਤਾਂ ਇਹ ਜੋ ਜੰਗ ਹੈ, ਪਹਿਲੀ ਐਂਗਲੋ ਸਿੱਖ ਵਾਰ ਹੈ, ਇਹ ਹਿੱਸਿਆਂ ਦੇ ਵਿੱਚ ਹੁੰਦੀ ਹੈ। ਤਾਂ ਦੋਸਤੋ 5 ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਹੈ, ਇਹ ਥੋੜੇ ਅੰਤਰਾਲ ਦੇ ਵਿੱਚ ਇਹ ਜੰਗ ਹੋਈ। ਜਿਵੇਂ ਕਿ 18 ਦਸੰਬਰ 1845 ਜਦੋਂ ਸਤਲੁਜ ਕ੍ਰਾਸ ਕਰਕੇ ਆ ਰਹੀ ਹੈ, ਜਿਸ ਟਾਈਮ ਪੀਰੀਅਡ ਤੇ ਜੋ ਇੰਗਲਿਸ਼ ਈਸਟ ਇੰਡੀਆ ਕੰਪਨੀ, ਤਾਂ ਪਹਿਲੀ ਜੋ ਜੰਗ ਹੈ ਸਿੱਖਾਂ ਨਾਲ ਜੋ ਭਿੜੰਤ ਉਹਨਾਂ ਦੀ ਮੁਦਕੀ ਦੇ ਵਿੱਚ ਹੁੰਦੀ ਹੈ। ਤਾਂ ਅੰਮ੍ਰਿਤਸਰ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਅਸੀਂ ਦੇਖਦੇ ਹਾਂ ਮੁਦਕੀ ਹੈ, ਫਿਰ ਫਿਰੋਜ਼ ਸ਼ਹਿਰ ਹੈ, ਫਿਰ ਅਸੀਂ ਬੱਦੋਵਾਲ ਦੇ ਵਿੱਚ ਦੇਖਦੇ ਹਾਂ, ਫਿਰ ਅਲੀਵਾਲ ਅਤੇ ਸੁਬਰਾਓ। ਤਾਂ ਇਹ 5 ਇਲਾਕਿਆਂ ਦੇ ਵਿੱਚ ਜੋ ਹੈ ਅਲੱਗ-ਅਲੱਗ ਜੋ ਟਾਈਮ ਪੀਰੀਅਡ ਤੇ ਜੋ 18 ਦਸੰਬਰ ਨੂੰ ਹੈ ਪਹਿਲੀ ਲੜਾਈ ਹੈ ਮੁਦਕੀ ਦੇ ਵਿੱਚ ਹੁੰਦੀ ਹੈ। ਫਿਰ 3 ਦਿਨ ਬਾਅਦ, ਕਿਉਂਕਿ ਮੁਦਕੀ ਦੀ ਜੋ ਲੜਾਈ ਹੈ ਇਸ ਦੇ ਵਿੱਚ ਹੈ ਸਿੱਖ ਹਾਰੇ, ਠੀਕ ਹੈ ਦੋਸਤੋ। ਲੇਕਿਨ ਫਿਰ 21 ਦਸੰਬਰ ਨੂੰ ਹੈ ਫਿਰ ਦੁਬਾਰਾ ਤੋਂ ਫਿਰੋਜ਼ ਸ਼ਹਿਰ ਦੇ ਵਿੱਚ ਲੜਾਈ ਹੁੰਦੀ ਹੈ। ਇੱਥੇ ਸਿੱਖ ਬੜੀ ਹੀ ਬਹਾਦਰੀ ਦੇ ਨਾਲ ਲੜ ਰਹੇ ਸੀ। ਲੇਕਿਨ ਅਸੀਂ ਦੇਖਦੇ ਹਾਂ ਹਿੰਦੁਸਤਾਨ ਦੇ ਵਿੱਚ ਅਕਸਰ ਬਹੁਤ ਜੋ ਸਾਡੇ ਮੇਨ ਜਨਰਲਸ ਦੀ ਜੋ ਕਿਤੇ ਨਾ ਕਿਤੇ ਦੋਸਤੋ ਦੁਸ਼ਮਣ ਨਾਲ ਮਿਲਣ ਕਰਕੇ, ਉਹਨਾਂ ਦੀ ਗੱਦਾਰੀ ਕਰਕੇ ਹੈ, ਸਾਨੂੰ ਬਹੁਤ ਵੱਡੀਆਂ ਜੋ ਹੈ ਇਤਿਹਾਸ ਦੇ ਵਿੱਚ ਹੈ ਹਾਰਾਂ ਦਾ ਸਾਹਮਣਾ ਕਰਨਾ ਪਿਆ ਹੈ। ਚਾਹੇ ਅਸੀਂ ਪਲਾਸੀ ਦੀ ਗੱਲ ਕਰ ਲਈਏ, ਚਾਹੇ ਅਸੀਂ ਦੋਸਤੋ ਪ੍ਰਿਥਵੀਰਾਜ ਚੌਹਾਨ ਅਤੇ ਮੁਹੰਮਦ ਗੌਰੀ ਦੀਆਂ ਜੰਗਾਂ ਦੀ ਗੱਲ ਕਰ ਲਈਏ, ਤਾਂ ਇਤਿਹਾਸ ਇਸ ਚੀਜ਼ ਦਾ ਗਵਾਹ ਰਿਹਾ। ਤਾਂ ਦੂਜੀ ਜੰਗ ਦੇ ਵਿੱਚ ਲਾਲ ਸਿੰਘ ਅਤੇ ਤੇਜ ਸਿੰਘ ਦੀ ਅਗਵਾਈ ਹੇਠ ਹੈ ਸਿੱਖ ਜੋ ਫੌਜਾਂ ਲੜ ਰਹੀਆਂ ਸਨ। ਅਤੇ ਦੋਸਤੋ ਅੰਤਾਂ ਦੀ ਬਹਾਦਰੀ ਅਤੇ ਲਸਾਨੀ ਜੰਗ ਕੁਸ਼ਲਤਾ ਦੇ ਬਾਵਜੂਦ ਆਪਣੇ ਆਗੂਆਂ ਵੱਲੋਂ ਦਿੱਤੇ ਧੋਖੇ ਕਾਰਨ ਸਿੱਖਾਂ ਨੂੰ ਫੇਰ ਸਿੱਖ ਹਾਰ ਦਾ ਸਾਹਮਣਾ ਕਰਨਾ ਪਿਆ। ਤਾਂ ਜੋ ਸਿੱਖ ਫੋਰਸਸ ਲੜੀਆਂ ਤਾਂ ਬਹੁਤ ਬਹਾਦਰੀ ਨਾਲ, ਲੇਕਿਨ ਫਿਰ ਵੀ ਜੋ ਹੈ ਕੁਝ ਲੋਕਾਂ ਦੀ ਜੋ ਹੈ ਗੱਦਾਰੀ ਕਰਕੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ। ਫਿਰ ਤੀਜੀ ਜੋ ਬੱਦੋਵਾਲ ਦੀ ਲੜਾਈ ਹੁੰਦੀ ਹੈ, ਇੱਥੇ ਅੰਗਰੇਜ਼ਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਲੇਕਿਨ ਉਸ ਤੋਂ ਥੋੜੇ ਦਿਨ ਬਾਅਦ ਹੀ 21 ਜਨਵਰੀ 1840 ਦੇ ਵਿੱਚ ਤੀਜੀ ਜੰਗ ਬਦੋਵਾਲ ਦੇ ਵਿੱਚ ਹੁੰਦੀ ਹੈ। ਤਾਂ 7 ਦਿਨ ਬਾਅਦ ਹੀ ਜੋ ਅੰਗਰੇਜ਼ ਨੇ ਫਿਰੋਜ਼ਪੁਰ ਤੋਂ ਆਪਣੀ, ਕਿਉਂਕਿ ਫਿਰੋਜ਼ਪੁਰ ਉਸ ਟਾਈਮ ਇਹਨਾਂ ਦਾ ਕੰਟੋਨਮੈਂਟ ਸੀ ਦੋਸਤੋ, ਉੱਥੋਂ ਹੋਰ ਜੋ ਹੈ ਇਹਨਾਂ ਨੇ ਆਪਣੀਆਂ ਜੋ ਹੈ ਫੋਰਸਸ ਬੁਲਾ ਲੀਆਂ ਅਤੇ ਫਿਰ ਇਹਨਾਂ ਨੇ ਹੈ ਕਿਉਂਕਿ ਹਮਲਾ ਅਚਾਨਕ ਕਰ ਦਿੱਤਾ ਸੀ ਇੱਥੇ ਸਿੱਖ ਫੋਰਸਸ ਦੇ ਉੱਪਰ, ਤਾਂ ਅਲੀਵਾਲ ਦੀ ਲੜਾਈ ਦੇ ਵਿੱਚ ਵੀ ਇਹਨਾਂ ਨੂੰ ਹਰਾ ਦਿੱਤਾ ਅਤੇ ਅਖੀਰ ਦੇ ਵਿੱਚ ਹੈ ਸਬਰਾਓ ਦੀ ਲੜਾਈ ਦੇ ਵਿੱਚ ਹੈ ਟੋਟਲੀ ਜੋ ਹੈ ਸਿੱਖ ਫੋਰਸਸ ਨੂੰ ਕੰਪਲੀਟਲੀ ਤੌਰ ਤੇ ਹਰਾ ਦਿੱਤਾ। ਕਿਹਾ ਜਾਂਦਾ ਹੈ ਕਿ ਲਗਭਗ 3000 ਤੋਂ ਵੀ ਜ਼ਿਆਦਾ ਜੋ ਸਿੱਖ ਸਿਪਾਹੀ ਹੈ ਇਸ ਪੂਰੀ ਜੰਗ ਦੇ ਵਿੱਚ ਹੈ ਸ਼ਹੀਦ ਹੋਏ ਸਨ ਅਤੇ ਬਹੁਤ ਸਾਰੇ ਜੋ ਅਣਗਿਣਤ ਸਿਪਾਹੀ ਹੈ ਉਹ ਜ਼ਖਮੀ ਹੋਏ ਸੀ। ਤਾਂ ਇਹ ਪੰਜੇ ਜੋ ਸ਼ਹਿਰ ਨੇ ਦੋਸਤੋ, ਮੁਦਕੀ ਹੈ, ਫਿਰੋਜ਼ ਸ਼ਹਿਰ ਹੈ, ਬਦੋਵਾਲ ਹੈ, ਅਲੀਵਾਲ ਅਤੇ ਸਬਰਾਓ, ਅਤੇ ਇਸ ਤੋਂ ਬਾਅਦ ਫਿਰ ਸੰਧੀ ਹੁੰਦੀ ਹੈ ਜਿਸ ਨੂੰ ਟ੍ਰੀਟੀ ਆਫ ਲਾਹੌਰ ਦੀ ਸੰਧੀ ਕਿਹਾ ਜਾਂਦਾ ਹੈ, ਜਿਹਦੇ ਵਿੱਚ ਮਹਾਰਾਜਾ ਦਲੀਪ ਸਿੰਘ ਨੂੰ ਹੈ ਜੋ ਰੂਲਰ ਸੀ ਪੰਜਾਬ ਦਾ, ਉਸ ਨੂੰ ਰੂਲਰ ਤਾਂ ਰਹਿਣ ਦਿੱਤਾ ਜਾਂਦਾ ਹੈ, ਲੇਕਿਨ ਇਸ ਦੇ ਨਾਲ ਨਾਲ ਬਹੁਤ ਸਾਰੇ ਜੋ ਉਹਨਾਂ ਦੇ ਉੱਪਰ ਸੈਂਕਸ਼ਨਸ ਲਗਾ ਦਿੱਤੀਆਂ ਜਾਂਦੀਆਂ ਨੇ। ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਜੋ ਸਿੱਖਾਂ ਨੂੰ ਹੁਣ ਆਪਣੀ ਜੋ ਆਰਮੀ ਹੈ ਇੱਕ ਲਿਮਿਟ ਤੱਕ ਹੀ ਉਹ ਰੱਖ ਸਕਦੇ ਨੇ, ਅਨਲਿਮਿਟਡ ਆਰਮੀ ਜਾਂ ਜੋ ਵੀ ਪੂਰਾ ਜੋ ਅਸਲਾ ਹੈ ਜਾਂ ਹਥਿਆਰ ਹੈ ਆਪਣੇ ਅਕੋਰਡਿੰਗ ਹੈ ਹੁਣ ਉਹ ਨਹੀਂ ਰੱਖ ਸਕਣਗੇ। ਦੂਸਰਾ, ਉਹਨਾਂ ਦੇ ਰਾਜ ਦਰਬਾਰ ਦੇ ਵਿੱਚ ਸਰ ਹੈਨਰੀ ਲਾਰੈਂਸ ਨਾਮ ਦਾ ਜੋ ਇੱਕ ਰੈਜ਼ੀਡੈਂਟ ਹੈ ਉਸ ਨੂੰ ਅਪਾਇੰਟ ਕਰ ਦਿੱਤਾ ਕਿ ਜੋ ਉੱਥੇ ਫੈਸਲੇ ਲਏ ਜਾਣਗੇ ਉਹ ਹੈਨਰੀ ਲਾਰੈਂਸ ਦੀ ਸਲਾਹ ਦੇ ਨਾਲ ਹੀ ਲਏ ਜਾਣਗੇ। ਫਿਰ ਦੋਸਤੋ ਜੋ ਹੈ ਸਿੱਖ ਜੋ ਜਲੰਧਰ ਦੁਆਬ ਹੈ ਉਹ ਪੂਰੀ ਦੀ ਪੂਰੀ ਤਰ੍ਹਾਂ ਹੈ ਉਹ ਸਿੱਖਾਂ ਤੋਂ ਲੈ ਲਈ ਗਈ ਹੈ ਅਤੇ ਨਾਲ ਹੀ ਨਾਲ ਜੋ ਵੀ ਲਾਸ ਹੋਇਆ ਇਸ ਪੂਰੀ ਦੀ ਪੂਰੀ ਵਾਰ ਦੇ ਵਿੱਚ ਕੰਪਨੀ ਦਾ, ਉਸ ਪੂਰੇ ਜੋ ਵਾਰ ਲਾਸ ਨੂੰ ਵੀ ਹੈ ਜੋ ਹੈ ਹੁਣ ਸਿੱਖ ਅੰਪਾਇਰ ਹੈ ਜੋ ਮਹਾਰਾਜਾ ਦਲੀਪ ਸਿੰਘ ਨੇ ਉਹ ਉਸ ਨੂੰ ਪੇ ਕਰਨਗੇ। ਤਾਂ ਇਹ ਜੋ ਟ੍ਰੀਟੀ ਸੀ, ਟ੍ਰੀਟੀ ਇੱਕ ਤਰ੍ਹਾਂ ਦੀ ਜੋ ਸੰਧੀ ਸੀ, ਇਸ ਦੇ ਵਿੱਚ ਪੂਰੀ ਤਰ੍ਹਾਂ ਹੈ ਜੋ ਸਿੱਖ ਅੰਪਾਇਰ ਨੂੰ ਹੈ ਅੱਗੇ ਜਾ ਕੇ ਇੱਕ ਤਰ੍ਹਾਂ ਨਾਲ ਇੱਕ ਇਸ ਤਰ੍ਹਾਂ ਦੀ ਟ੍ਰੀਟੀ ਹੋਈ ਅਸੀਂ ਦੇਖਦੇ ਹਾਂ ਕਿ ਅੱਗੇ ਜਾ ਕੇ ਦੂਜੀ ਐਂਗਲੋ ਸਿੱਖ ਵਾਰ ਹੋਣਾ ਬੜਾ ਨਿਸ਼ਚਿਤ ਸੀ। ਜਿਵੇਂ ਇਸ ਨੂੰ ਮੈਂ ਥੋੜਾ ਕੰਪੇਅਰ ਕਰਦਾ ਹਾਂ, ਜਿਵੇਂ ਅਸੀਂ ਦੇਖਦੇ ਹਾਂ ਕਿ ਜਰਮਨੀ ਜਦੋਂ ਪਹਿਲੀ ਜੋ ਵਰਲਡ ਵਾਰ ਦੇ ਵਿੱਚ ਹਾਰਿਆ ਤਾਂ ਜੋ ਟ੍ਰੀਟੀ ਆਫ ਵਰਸਾਈਲਜ਼ ਹੋਈ ਤਾਂ ਉਹ ਜੋ ਟ੍ਰੀਟੀ ਸੀ ਉਸ ਨੇ ਵੀ ਕਿਤੇ ਨਾ ਕਿਤੇ ਹੈ ਇਹ ਸੁਨਿਸ਼ਚਿਤ ਕਰ ਦਿੱਤਾ ਸੀ ਕਿ ਅੱਗੇ ਜਾ ਕੇ ਜਰਮਨੀ ਸੈਕੰਡ ਵਰਲਡ ਵਾਰ ਕਰੇਗਾ ਜ਼ਰੂਰ। ਤਾਂ ਉਸੇ ਤਰੀਕੇ ਨਾਲ ਕਿਉਂਕਿ ਇੱਥੇ ਦਬਾ ਦਿੱਤਾ ਗਿਆ ਸੀ ਉਹਨਾਂ ਦੀ ਭਾਵਨਾਵਾਂ ਨੂੰ, ਉਹਨਾਂ ਦੇ ਜੋ ਨੇਚਰ ਹੈ, ਇੱਕ ਬਿਹੇਵੀਅਰ ਹੈ ਜੋ ਸਿੱਖ ਅੰਪਾਇਰ ਦਾ ਆਜ਼ਾਦ ਰਹਿਣ ਦਾ, ਉਸ ਨੂੰ ਕੰਟਰੋਲ ਕਰ ਦਿੱਤਾ ਸੀ। ਤਾਂ ਇਹੀ ਅੱਗੇ ਜਾ ਕੇ ਅਸੀਂ ਦੇਖਦੇ ਹਾਂ 1848 ਦੇ ਵਿੱਚ ਫਿਰ ਬਗਾਵਤ ਹੁੰਦੀ ਹੈ ਅਤੇ ਉੱਥੇ ਪੂਰੀ ਤਰ੍ਹਾਂ ਜੋ ਹੈ ਸਿੱਖ ਅੰਪਾਇਰ ਹੈ ਪੂਰੀ ਤਰ੍ਹਾਂ ਹੈ ਖਤਮ ਹੋ ਜਾਂਦਾ ਹੈ। ਤਾਂ ਅਸੀਂ ਦੇਖਦੇ ਹਾਂ ਕਿ ਜੋ ਪੰਜਾਬ ਹੈ ਇਹ ਕੰਪਨੀ ਜਦੋਂ ਸ਼ੁਰੂਆਤ ਕਰਦੀ ਹੈ 1773 ਦੇ ਵਿੱਚ ਪਲਾਸੀ ਤੋਂ ਬੰਗਾਲ ਦੇ ਉੱਪਰ ਆਪਣਾ ਕੰਟਰੋਲ ਕਰਨ ਤੋਂ, ਤਾਂ ਸਭ ਤੋਂ ਅਖੀਰ ਦੇ ਵਿੱਚ ਹੈ ਪੰਜਾਬ ਹੀ ਉਸ ਤੋਂ ਕੰਟਰੋਲ ਹੋਇਆ ਅਤੇ ਉਸ ਦਾ ਸਭ ਤੋਂ ਵੱਡਾ ਜੋ ਰੀਜ਼ਨ ਹੈ ਉਹ ਸੀ ਮਹਾਰਾਜਾ ਰਣਜੀਤ ਸਿੰਘ ਜੀ। ਤਾਂ ਜੋ 1839 ਤੱਕ ਹੈ ਉਹਨਾਂ ਨੇ ਪੰਜਾਬ ਦੇ ਉੱਪਰ ਰੂਲ ਕੀਤਾ 38 ਸਾਲ ਤੱਕ। ਤਾਂ ਦੋਸਤੋ ਇਹ ਜੋ ਹੈ ਸਾਡਾ ਸੀਰੀਜ਼ ਦਾ ਪਹਿਲਾ ਪਾਰਟ ਸੀ। ਇਸੇ ਤਰ੍ਹਾਂ जो है काफी सारे लेक्चर्स ने महाराजा रणजीत सिंह ਅਤੇ ਉਸ ਤੋਂ ਬਾਅਦ ਜੋ ਐਂਗਲੋ ਸਿੱਖ ਵਾਰ ਦੂਜੀ ਪਹਿਲੀ ਬਾਰੇ ਅਸੀਂ ਹੈ ਥੋੜੀ ਅੱਜ ਚਰਚਾ ਕੀਤੀ ਹੈ। ਤਾਂ ਪੂਰਾ ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖ ਅੰਪਾਇਰ ਬਾਰੇ ਹੈ ਅਗਲੇ ਕੁਝ ਲੈਕਚਰਸ ਦੇ ਵਿੱਚ ਅਸੀਂ ਇਸ ਪੰਜਾਬ ਜੀਕੇ ਵਾਲੀ ਸੀਰੀਜ਼ ਦੇ ਵਿੱਚ ਹੈ ਗੱਲ ਕਰਾਂਗੇ। ਤਾਂ ਥੈਂਕ ਯੂ ਸੋ ਮਚ।